ਇੰਨਾ ਵੱਡਾ ਜਿਹੜਾ ਕਰੋੜਾਂ ਦੇ ਘਪਲੇ ਦਾ ਦੋਸ਼ ਲਗਾ ਰਹੇ ਹੋ, ਕੀ ਤੁਹਾਡੇ ਕੋਲ ਸਬੂਤ ਨੇ ਜਾਂ ਕਿਸ ਬਿਹਾਫ ਦੇ ਉੱਤੇ ਤੁਸੀਂ ਇਹ ਉਜਾਗਰ ਕਰ ਰਹੇ ਹੋ ਕਿ ਐਸਜੀਪੀਸੀ ਦੇ ਰਾਹੀਂ ਏਡਾ ਵੱਡਾ ਘਪਲਾ ਕੀਤਾ ਗਿਆ ਹੈ? देखो जी, ਜਿਹੜਾ ਗੁਰਦੁਆਰਾ ਅੰਬ ਸਾਹਿਬ ਹੈ, ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ, ਉਹ ਉਹਨਾਂ ਨੇ ਪ੍ਰੈਸ ਨੋਟ ਰਾਹੀਂ ਅੱਜ ਕਬੂਲ ਵੀ ਕੀਤੀ ਹੈ ਉਸ ਗੱਲ ਨੂੰ ਕਿ ਅਸੀਂ 12 ਕਿੱਲੇ ਦੇ ਨੇੜੇ ਜਿਹੜੀ ਏਅਰਪੋਰਟ ਦੇ ਲਾਗੇ ਜ਼ਮੀਨ ਸੀ ਉਹ 19 ਕਰੋੜ ਰੁਪਏ ਦੀ ਵੇਚੀ ਹੈ ਤੇ 19 ਕਰੋੜ ਰੁਪਏ ਦੀ ਵੇਚ ਕੇ ਅਸੀਂ 14 ਕਰੋੜ ਦੀ ਮਲੇਰਕੋਟਲੇ ਦੇ ਲਾਗੇ ਉੱਥੇ ਜ਼ਮੀਨ ਲਈ ਹੈ ਤੇ ਜਿਹੜੀ ਇਹ 19 ਕਰੋੜ ਦੀ ਵੇਚੀ ਸੀ ਇਹਦੀ ਅੱਜ ਤੁਸੀਂ ਕੀਮਤ ਦੇ ਸਕਦੇ ਹੋ ਕਿ 66 ਕਰੋੜ ਦੇ ਨੇੜੇ ਹੈ ਤੇ ਜਿਹੜੇ ਬਾਕੀ ਬਚੇ 9 ਕਿੱਲੇ ਨੇ ਉਹ ਵੀ ਹੁਣ ਇਹ ਕਰੋੜਾਂ ਰੁਪਏ ਦੀ ਮਤਲਬ ਗਮਾਡਾ ਨੂੰ ਇਹ ਕਹਿ ਰਹੇ ਨੇ ਕਿ ਗਮਾਡਾ ਸਾਡੇ ਤੋਂ ਐਕਵਾਇਰ ਕਰ ਰਿਹਾ। ਗਮਾਡਾ ਦੇ ਕੋਲੇ ਪੰਜਾਬ ਸਰਕਾਰ ਦੇ ਕੋਲ, ਕੇਂਦਰ ਸਰਕਾਰ ਦੇ ਕੋਲ ਕੋਈ ਇਹੋ ਜਿਹਾ ਕਾਨੂੰਨ ਨਹੀਂ ਕਿ ਉਹ ਕਿਸੇ ਵੀ ਧਾਰਮਿਕ ਅਦਾਰੇ ਦੀ ਜ਼ਮੀਨ ਹੈ ਧੱਕੇ ਦੇ ਨਾਲ ਐਕਵਾਇਰ ਕਰ ਲਵੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਵੀ ਪਾਸ ਕੀਤਾ, ਉਹਨਾਂ ਨੇ ਲਿਖ ਕੇ ਦਿੱਤਾ। ਇਸੇ ਲਈ ਪਹਿਲਾਂ ਵੀ ਜਿਹੜੀ ਜ਼ਮੀਨ ਹੈ ਸਰਦਾਰ ਮੱਕੜ ਉਦੋਂ ਪ੍ਰਧਾਨ ਹੁੰਦੇ ਸੀਗੇ, ਉਹਨਾਂ ਦੀ ਪ੍ਰਧਾਨਗੀ ਹੇਠ ਇਹ ਸਾਰਾ ਕੰਮ ਹੋਇਆ। 2010 'ਚ ਪਹਿਲੀ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਅਸੀਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ 1 ਇੰਚ ਵੀ ਨਹੀਂ ਵੇਚਾਂਗੇ, ਨਾ ਵਿਕਣ ਦੇਵਾਂਗੇ। ਪਰ 2012 ਦੇ 13 ਦੇ ਦਰਮਿਆਨ ਜਦੋਂ ਬਾਦਲ ਦੀ ਸਰਕਾਰ ਸੀ, ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਹੀ ਇਹਨਾਂ ਨੇ ਵੇਚੀ ਹੈ। ਉਹਨਾਂ ਨੇ ਇੱਕ ਹੋਰ ਇਹਦੇ ਨਾਲ ਇੱਕ ਘਪਲਾ ਜੁੜ ਗਿਆ। ਅੱਜ ਹੀ ਸਟੇਟਮੈਂਟ ਦਿੱਤੀ ਹੈ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿ ਅਸੀਂ 4 ਕਰੋੜ ਰੁਪਈਆ ਜਿਹੜਾ ਇਸ ਵਾਸਤੇ ਰੱਖ ਲਿਆ ਸੀਗਾ, ਕੇਸ ਲੜਨਾ ਸੀਗਾ ਕਿ ਪੂਰੀ ਕੀਮਤ ਮਿਲ ਸਕੇ। ਤੇ ਕਿਹਦੇ ਖਿਲਾਫ ਕੇਸ ਲੜਨਾ ਆ? ਬਾਦਲ ਸਰਕਾਰ ਦੇ ਖਿਲਾਫ ਲੜਨਾ ਸੀ ਜਿਹਦਾ ਸ਼੍ਰੋਮਣੀ ਕਮੇਟੀ ਉੱਤੇ ਪਹਿਲਾਂ ਹੀ ਕਬਜ਼ਾ ਸੀਗਾ। ਸੋ ਇਹ ਆਪਸ ਦੇ ਵਿੱਚ ਬੜੀਆਂ ਜੁੜੀਆਂ ਹੋਈਆਂ ਨੇ। ਨਨਕਾਣਾ ਸਾਹਿਬ ਦਾ ਸੀ ਸਾਕਾ ਬਣਾ ਕੇ ਹਟਿਆ। ਨਨਕਾਣਾ ਸਾਹਿਬ ਦੇ ਮਹੰਤ ਉੱਤੇ ਦੋਸ਼ ਲੱਗਦੇ ਸੀ ਕਿ ਉਹਨੇ ਬਹੁਤ ਸਾਰਾ ਪੈਸਾ ਜਿਹੜਾ ਸਿੱਖ ਵਿਰੋਧੀ ਸੀਗਾ ਉਸ ਟਾਈਮ, ਆਰੀਆ ਸਮਾਜੀ ਲਾਲਾ ਲਾਜਪਤ ਰਾਏ, ਉਹਨੂੰ ਦੇ ਦਿੱਤਾ ਸੀ। 50,000 ਰੁਪਇਆ ਉਹਨਾਂ ਦਿਨਾਂ ਦੇ ਵਿੱਚ ਇਸ ਗੁਰੂ ਦੀ ਗੋਲਕ ਤੋਂ ਦਿੱਤਾ ਸੀ। ਇਸ ਤੋਂ ਰੌਲਾ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਨਮ ਹੋਇਆ ਸੀਗਾ ਇਸ ਦਾ। ਤੇ ਅੱਜ ਜਿਹੜਾ ਆ ਉਹੀ ਕੁਛ ਜਿਹੜਾ ਦੁਆਰਾ ਸ਼੍ਰੋਮਣੀ ਕਮੇਟੀ ਦੇ ਬੈਨਰ ਥੱਲੇ ਜਿਹੜੇ ਆ ਇਹੀ ਵਰਤਾਰਾ, ਇਹ ਫਨੋਮਨੇ ਦੇ ਲੋਕ ਨੇ ਜਿਹੜੇ ਇਹ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਇੰਟਰ ਹੋ ਚੁੱਕੇ ਆ। ਔਰ ਜਿਸ ਤਰੀਕੇ ਦੇ ਨਾਲ ਇੱਕ ਧਾਰਮਿਕ ਪ੍ਰਾਪਰਟੀ ਨੂੰ ਸਰਕਾਰ ਦੀ ਕੰਪਨੀ ਦੇ ਸਪੁਰਦ ਕਰਨਾ ਜਾਂ ਪ੍ਰਾਈਵੇਟ ਕੰਪਨੀ ਦੇ ਸਪੁਰਦ ਕਰਨਾ, ਬਿਜ਼ਨਸ ਵਿਊ ਦੇ ਲਈ ਯੂਜ਼ ਕਰਨਾ, ਕੋਈ ਨਾ ਕੋਈ ਕਾਨੂੰਨੀ ਦਾਅਪੇਸ਼ ਤਾਂ ਹੋਏਗਾ ਇਸ ਦੇ ਲਈ। ਉਹ ਜਿਹੜੇ ਪ੍ਰਾਪਰਟੀ ਡੀਲਰ ਆ ਉਹਨਾਂ ਕੋਲ ਬਹੁਤ ਕੁਝ ਦੇਣ ਲਈ ਹੁੰਦਾ ਆ। ਪੋਲੀਟੀਕਲ ਲੋਕਾਂ ਨੂੰ ਇੱਕ ਕੋਠੀ ਦਾ ਪਲਾਟ ਦੇ ਦਿੰਦੇ ਨੇ, ਜੱਜਾਂ ਨੂੰ ਦੇ ਦਿੰਦੇ ਆ, ਜੁਡੀਸ਼ਰੀ ਵੀ ਪ੍ਰਭਾਵ ਥੱਲੇ ਆ ਜਾਂਦੀ ਆ ਤੇ ਪੋਲੀਟੀਕਲ ਲੋਕ ਆ ਜਾਂਦੇ ਆ। ਤੇ ਕੇਸ ਤੇ ਉਮੀਦ ਕਿੱਥੋਂ ਰੱਖੀ ਹੈ? ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੀ ਸਿਰਮੌਰ ਸੰਸਥਾ, ਪਰ ਹਰ ਵਾਰ ਇੱਕ ਨਵਾਂ ਵਿਵਾਦ ਉੱਭਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜ ਜਾਂਦਾ ਹੈ। ਕਦੇ ਪਾਵਨ ਸਰੂਪਾਂ ਦੇ ਗਬਨ ਦਾ ਮਾਮਲਾ, ਜਿਸ ਦੇ ਵਿੱਚ ਸਮੂਹ ਮੈਂਬਰ ਤੇ ਪ੍ਰਧਾਨ ਸਵਾਲਾਂ ਦੇ ਘੇਰੇ 'ਚ ਆਉਂਦੇ ਨੇ, ਤੇ ਕਦੇ ਬਹੁਤ ਵੱਡੇ ਭ੍ਰਿਸ਼ਟਾਚਾਰ ਦਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਆ ਕੇ ਜੁੜ ਜਾਂਦਾ ਹੈ। ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਰਹਿਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੁਣ ਇੱਕ ਨਵਾਂ ਵਿਵਾਦ ਜੁੜ ਗਿਆ ਹੈ। ਮੋਹਾਲੀ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਸ਼੍ਰੀ ਅੰਬ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਸ ਦੇ ਵਿੱਚ ਹੋਏ ਘੁਟਾਲੇ ਦਾ ਇੱਕ ਨਵਾਂ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜਿਆ ਹੈ, ਜਿਸ ਦੇ ਲਈ ਅਕਾਲ ਯੂਥ ਦੇ ਵੱਲੋਂ ਇੱਕ ਮੋਰਚਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਖੋਲ੍ਹਿਆ ਗਿਆ। ਔਰ ਸਾਡੇ ਨਾਲ ਇਸ ਵੇਲੇ ਜਸਵਿੰਦਰ ਸਿੰਘ ਮੌਜੂਦ ਨੇ, ਅਕਾਲ ਯੂਥ ਦੇ ਮੈਂਬਰ ਨੇ, ਆਗੂ ਨੇ, ਔਰ ਡਾਕਟਰ ਖੁਸ਼ਹਾਲ ਸਿੰਘ ਮੌਜੂਦ ਨੇ, ਸਿੱਖ ਚਿੰਤਕ ਨੇ, ਸਿੱਖ ਮਾਮਲਿਆਂ ਦੇ ਮਾਹਰ ਨੇ। ਇਹਨਾਂ ਦੇ ਨਾਲ ਇਸ ਮਸਲੇ ਦੇ ਬਾਰੇ ਗੱਲਬਾਤ ਕਰਾਂਗੇ। ਸਰ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਜਸਵਿੰਦਰ ਜੀ, ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਮਸਲਾ ਹੈ, ਕਰੋੜਾਂ ਦੀ ਜ਼ਮੀਨ ਦਾ ਘੁਟਾਲੇ ਦਾ ਇਲਜ਼ਾਮ ਤੁਹਾਡੇ ਵੱਲੋਂ ਲਗਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਐਸਜੀਪੀਸੀ ਦੇ ਨਾਲ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਜੁੜਿਆ ਹੋਵੇ, ਕਦੇ ਸਾਰਾਗੜ੍ਹੀ ਸਰਾਂ ਨੂੰ ਲੈ ਕੇ ਔਰ ਕਦੇ ਪਾਵਨ ਸਰੂਪਾਂ ਦੇ ਗਬਨ ਮਾਮਲੇ ਨੂੰ ਲੈ ਕੇ। ਪਰ ਤੁਸੀਂ ਇੰਨਾ ਵੱਡਾ ਜਿਹੜਾ ਕਰੋੜਾਂ ਦੇ ਘਪਲੇ ਦਾ ਦੋਸ਼ ਲਗਾ ਰਹੇ ਹੋ, ਕੀ ਤੁਹਾਡੇ ਕੋਲ ਸਬੂਤ ਨੇ ਜਾਂ ਕਿਸ ਬਿਹਾਫ ਦੇ ਉੱਤੇ ਤੁਸੀਂ ਇਹ ਉਜਾਗਰ ਕਰ ਰਹੇ ਹੋ ਕਿ ਐਸਜੀਪੀਸੀ ਦੇ ਰਾਹੀਂ ਐਡਾ ਵੱਡਾ ਘਪਲਾ ਕੀਤਾ ਗਿਆ ਹੈ? ਦੇਖੋ ਜੀ, ਜਿਹੜਾ ਗੁਰਦੁਆਰਾ ਅੰਬ ਸਾਹਿਬ ਹੈ, ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ, ਜਿਹਦੀ ਮਤਲਬ ਕਰੋੜਾਂ ਰੁਪਏ ਦੀ ਜਿਹੜੀ ਜ਼ਮੀਨ ਦੀ ਅਸੀਂ ਗੱਲ ਕਰ ਰਹੇ ਹਾਂ, ਉਹਦੇ 'ਚੋਂ ਇਹਨਾਂ ਨੇ 2012 ਤੋਂ 13 ਦੇ ਦਰਮਿਆਨ ਖੁਦ ਵੀ ਇਹ ਹੁਣ ਕਨਫੈਂਸ ਕਰ ਰਹੇ ਨੇ, ਇਸ ਗੱਲ ਦਾ ਮੰਨ ਰਹੇ ਨੇ ਕਿ ਅਸੀਂ ਇੰਨੇ ਦੀ ਖਰੀਦੀ ਹੈ। ਜਿਹੜੀ ਅਸੀਂ ਗੱਲ ਉਸ ਦਿਨ ਪ੍ਰੈਸ ਕਾਨਫਰੰਸ 'ਚ ਇੱਥੇ ਕੇਂਦਰੀ ਸਿੰਘ ਸਭਾ 'ਚ ਕੀਤੀ ਹੈ, ਉਹ ਉਹਨਾਂ ਨੇ ਪ੍ਰੈਸ ਨੋਟ ਰਾਹੀਂ ਅੱਜ ਕਬੂਲ ਵੀ ਕੀਤੀ ਹੈ ਉਸ ਗੱਲ ਨੂੰ ਕਿ ਅਸੀਂ 12 ਕਿੱਲੇ ਦੇ ਨੇੜੇ ਜਿਹੜੀ ਏਅਰਪੋਰਟ ਦੇ ਲਾਗੇ ਜ਼ਮੀਨ ਸੀ
ਉਹ 19 ਕਰੋੜ ਰੁਪਏ ਦੀ ਵੇਚੀ ਹੈ ਤੇ 19 ਕਰੋੜ ਰੁਪਏ ਦੀ ਵੇਚ ਕੇ ਅਸੀਂ 14 ਕਰੋੜ ਦੀ ਮਲੇਰਕੋਟਲੇ ਦੇ ਲਾਗੇ ਉੱਥੇ ਜ਼ਮੀਨ ਲਈ ਹੈ ਤੇ ਜਿਹੜੀ ਇਹ 19 ਕਰੋੜ ਦੀ ਵੇਚੀ ਸੀ ਇਹਦੀ ਅੱਜ ਤੁਸੀਂ ਕੀਮਤ ਦੇ ਸਕਦੇ ਹੋ ਕਿ 66 ਕਰੋੜ ਦੇ ਨੇੜੇ ਹੈ ਕਿਉਂਕਿ ਇੱਕ ਮੋਹਾਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਹੋ ਜਿਹਾ ਜ਼ਿਲ੍ਹਾ ਪੰਜਾਬ ਚੋਂ ਸ਼ਾਇਦ ਇੰਡੀਆ ਦੇ ਟੌਪ ਜ਼ਿਲ੍ਹਿਆਂ 'ਚ ਹੋਵੇ ਜਿੱਥੋਂ ਦੀ ਜਿਹੜੀ ਪ੍ਰਾਪਰਟੀ ਹੈ ਘਟਣ ਦੀ ਬਜਾਏ ਦੁੱਗਣੀ ਹੋ ਰਹੀ ਹੈ, ਮਹਿੰਗੀ ਹੋ ਰਹੀ ਹੈ। ਯਾਨੀ ਕਿ ਪੰਜਾਬ ਦੇ ਜਿਹੜੇ ਬਾਕੀ ਜ਼ਿਲ੍ਹੇ ਨੇ ਆਰਥਿਕ ਤੌਰ ਤੇ ਉਹ ਪਿੱਛੇ ਨੇ ਮੋਹਾਲੀ ਨਾਲੋਂ, ਇਸ ਲਈ ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਸਸਤੀ ਹੈ। ਸੋ ਇਸੇ ਕਰਕੇ ਜਿਹੜੀ ਜ਼ਮੀਨ ਸੀ ਇਹਨਾਂ ਨੇ ਉਸ ਸਮੇਂ ਮਲੇਰਕੋਟਲੇ ਲਈ ਹੈ 14 ਕਰੋੜ ਦੀ, ਉਹਦੀ ਅੱਜ ਕੀਮਤ ਰਹਿ ਗਈ ਹੈ ਸਿਰਫ 9 ਕਰੋੜ ਤੇ ਇਹ ਜਿਹੜੀ ਮੋਹਾਲੀ ਦੀ ਜ਼ਮੀਨ ਹੈ ਇਹ ਹੈਗੀ ਹੈ 66 ਕਰੋੜ ਦੀ ਇਸ ਸਮੇਂ। ਤੁਸੀਂ ਦੇਖੋ ਨਾ ਵੀ ਕਿੰਨੇ ਕਰੋੜ ਦਾ ਘਾਟਾ ਪੈ ਗਿਆ, ਕਿਤੇ 9 ਕਰੋੜ ਤੇ ਕਿਤੇ 66 ਕਰੋੜ ਤੇ ਜਿਹੜੇ ਬਾਕੀ ਬਚੇ 9 ਕਿੱਲੇ ਨੇ ਉਹ ਵੀ ਹੁਣ ਇਹ ਕਰੋੜਾਂ ਰੁਪਏ ਦੀ ਮਤਲਬ ਗਮਾਡਾ ਨੂੰ ਇਹ ਕਹਿ ਰਹੇ ਨੇ ਕਿ ਗਮਾਡਾ ਸਾਡੇ ਤੋਂ ਐਕਵਾਇਰ ਕਰ ਰਿਹਾ। ਗਮਾਡਾ ਦੇ ਕੋਲੇ ਪੰਜਾਬ ਸਰਕਾਰ ਦੇ ਕੋਲ, ਕੇਂਦਰ ਸਰਕਾਰ ਦੇ ਕੋਲ ਕੋਈ ਇਹੋ ਜਿਹਾ ਕਾਨੂੰਨ ਨਹੀਂ ਕਿ ਉਹ ਕਿਸੇ ਵੀ ਧਾਰਮਿਕ ਅਦਾਰੇ ਦੀ ਜ਼ਮੀਨ ਹੈ ਧੱਕੇ ਦੇ ਨਾਲ ਐਕਵਾਇਰ ਕਰ ਲਵੇ। ਹਾਂ, ਇੱਕ ਸ਼ਰਤ ਤੇ ਹੋ ਸਕਦੀ ਹੈ, ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਵੀ ਧਾਰਮਿਕ ਅਦਾਰਾ ਲਿਖ ਕੇ ਦੇ ਦੇਵੇ ਕਿ ਸਾਨੂੰ ਇਤਰਾਜ਼ ਨਹੀਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਵੀ ਪਾਸ ਕੀਤਾ, ਉਹਨਾਂ ਨੇ ਲਿਖ ਕੇ ਦਿੱਤਾ। ਇਸੇ ਲਈ ਪਹਿਲਾਂ ਵੀ ਜਿਹੜੀ ਜ਼ਮੀਨ ਹੈ ਸਰਦਾਰ ਮੱਕੜ ਉਦੋਂ ਪ੍ਰਧਾਨ ਹੁੰਦੇ ਸੀਗੇ, ਉਹਨਾਂ ਦੀ ਪ੍ਰਧਾਨਗੀ ਹੇਠ ਇਹ ਸਾਰਾ ਕੰਮ ਹੋਇਆ। 2010 'ਚ ਪਹਿਲੀ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਅਸੀਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ 1 ਇੰਚ ਵੀ ਨਹੀਂ ਵੇਚਾਂਗੇ, ਨਾ ਵਿਕਣ ਦੇਵਾਂਗੇ। ਪਰ 2012 ਦੇ 13 ਦੇ ਦਰਮਿਆਨ ਜਦੋਂ ਬਾਦਲ ਦੀ ਸਰਕਾਰ ਸੀਗੀ, ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਹੀ ਇਹਨਾਂ ਨੇ ਵੇਚੀ ਹੈ। ਨੋਟੀਫਿਕੇਸ਼ਨ ਹੈ ਉਹਨੂੰ ਯੈਸ ਕੀਤੀ ਹੈ ਤੇ ਗਮਾਡਾ ਨੇ ਬਾਦਲ ਪਰਿਵਾਰ ਦੇ ਕਹਿਣ ਦੇ ਉੱਤੇ ਹੀ ਜ਼ਮੀਨ ਐਕਵਾਇਰ ਕੀਤੀ ਹੈ। ਜਸਵਿੰਦਰ ਜੀ, ਮੈਂ ਉੱਥੇ ਆਉਣੀ ਆ ਬਸ ਉਸ ਤੋਂ ਪਹਿਲਾਂ ਇਹ ਜਾਣਨਾ ਬੇहद ਜ਼ਰੂਰੀ ਹੈ ਕਿ ਇਹ ਜਿਹੜੀ ਜ਼ਮੀਨ ਆ ਕਿਸੇ ਬੀਬੀ ਦੇ ਵੱਲੋਂ ਜਿਹੜੀ ਆ ਦਾਨ ਦੇ ਵਿੱਚ ਦਿੱਤੀ ਗਈ ਸੀ ਔਰ ਇਸ ਲਈ ਦਿੱਤੀ ਗਈ ਸੀ ਕਿ ਸਿੱਖ ਸੰਗਤਾਂ ਦੇ ਲਈ ਜਿਹੜੀਆਂ ਸੁਵਿਧਾਵਾਂ ਨੇ ਜਾਂ ਸਰਾਵਾਂ ਨੇ ਜਾਂ ਮੈਡੀਕਲ ਸੁਵਿਧਾਵਾਂ ਨੇ, ਬਹੁਤ ਸਾਰੀਆਂ ਸੇਵਾਵਾਂ ਦੇਣ ਦੇ ਲਈ ਜਿਹੜੀ ਜ਼ਮੀਨ ਹੈ ਦਾਨ ਦੇ ਵਿੱਚ ਦਿੱਤੀ ਗਈ ਸੀ। ਪਰ ਜਦੋਂ ਇੰਨਾ ਵੱਡਾ ਘਪਲਾ ਹੁੰਦਾ ਜਾਂ ਭ੍ਰਿਸ਼ਟਾਚਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁੰਦਾ ਹੈ, ਤਾਂ ਉਸ ਤੋਂ ਬਾਅਦ ਆਖਿਰਕਾਰ ਜ਼ਮੀਨ ਦਾਨ ਦੇਣ ਵਾਲਾ ਬੰਦਾ ਵੀ ਤਾਂ ਬੋਲੇਗਾ ਨਾ, ਕਿਉਂਕਿ ਮੈਂ ਤਾਂ ਇਸ ਕੰਮ ਲਈ ਦਾਨ ਕੀਤੀ ਸੀ ਤੇ ਤੁਸੀਂ ਉਸ ਜ਼ਮੀਨ ਨੂੰ ਵੇਚ ਰਹੇ ਹੋ। ਆਖਿਰਕਾਰ ਉਸ ਬੀਬੀ ਦਾ ਕੀ ਯੋਗਦਾਨ ਹੈ ਇਸ ਪੂਰੇ ਮਾਮਲੇ ਭ੍ਰਿਸ਼ਟਾਚਾਰ ਤੋਂ ਬਾਅਦ? ਜੀ, ਉਹਦੇ ਮਾਮਲੇ 'ਚ ਅਕਾਲ ਯੂਥ ਦੀ ਅਸੀਂ ਇੱਕ ਟੀਮ ਬਣਾਈ ਸੀ ਕਿ ਜਿਹੜੀ, ਕਿਉਂਕਿ ਅਸੀਂ ਕੱਲੀ ਇੱਥੇ ਧਰਨਾ, ਪ੍ਰੋਟੈਸਟ, ਪ੍ਰੈਸ ਕਾਨਫਰੰਸ ਜਾਂ ਦਿੱਲੀ ਜਾ ਕੇ ਵੀ ਇਹਨਾਂ ਦਾ ਵਿਰੋਧ ਕਰਨ ਤੱਕ ਸੀਮਤ ਨਹੀਂ, ਅਸੀਂ ਇਹਦੇ ਬਾਬਤ ਹਾਈ ਕੋਰਟ ਦੇ ਵਕੀਲਾਂ ਦੀ ਟੀਮ ਵੀ ਬਣਾਈ ਹੈ। ਇੱਕ ਉਹਨਾਂ ਦੇ ਨਾਲ ਕਮੇਟੀ ਵੀ, ਸਬ ਕਮੇਟੀ ਵੀ ਬਣਾਈ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਮਤਲਬ ਕੱਲੀ ਕੜੀ ਨੂੰ ਜੋੜੂਗੀ, ਇਹਦੇ ਬਾਬਤ ਜਿਹੜੇ ਤੱਥ ਨੇ ਉਹ ਸਾਹਮਣੇ ਲੈ ਕੇ ਆਊਗੀ। ਤੇ ਸਾਡੀ ਜਿਹੜੀ ਅਕਾਲ ਯੂਥ ਦੀ ਟੀਮ ਹੈ, ਗੁਰਿੰਦਰ ਸਿੰਘ ਤੇ ਪਵਨਦੀਪ ਸਿੰਘ ਜੀ ਉਹਨਾਂ ਦੀ ਅਗਵਾਈ 'ਚ ਚੱਲ ਰਹੀ ਹੈ। ਉਹ ਨੌਜਵਾਨ ਉੱਥੇ ਜਾ ਕੇ ਪਿੰਡ 'ਚ ਗਏ ਨੇ ਸੈਣੀ ਮਾਜਰੇ। ਮੈਂ ਤੁਹਾਨੂੰ ਵੀ ਅਪੀਲ ਕਰਦਾ ਤੁਸੀਂ ਵੀ ਜਾ ਕੇ ਆਓ ਇੱਕ ਵਾਰੀ। ਉੱਥੋਂ ਦੇ ਪਿੰਡ ਦੇ ਲੋਕਾਂ ਨੂੰ ਪੁੱਛਿਆ ਕਿ ਉਹ ਬੀਬੀ ਕਿੱਥੇ ਹੈ। ਉਹਨਾਂ ਦੇ ਦੱਸਣ ਮੁਤਾਬਕ ਉਹ ਪਰਿਵਾਰ ਇੱਥੇ ਨਹੀਂ ਰਹਿੰਦਾ, ਕਿਤੇ ਵਿਦੇਸ਼ ਦੇ ਵਿੱਚ ਸੈੱਟ ਹੋ ਗਿਆ ਵਾ। ਪਰ ਉਹ ਪਿੰਡ ਦੇ ਬੱਚੇ ਨੂੰ ਪਤਾ ਕਿ ਇਹ ਸਾਡੇ ਪਿੰਡ ਦੇ ਕਿਸੇ ਬਜ਼ੁਰਗ ਨੇ, ਬੀਬੀ ਨੇ, ਫਲਾਨੀ ਬੀਬੀ ਨੇ ਇਹ ਜ਼ਮੀਨ ਹੈ ਉਹ ਦਾਨ ਇਸ ਲਈ ਦਿੱਤੀ ਸੀ ਤਾਂ ਕਿ ਉੱਥੇ ਕੋਈ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੱਥੇ ਕੋਈ ਹਸਪਤਾਲ ਬਣ ਸਕੇ, ਕੋਈ ਸਕੂਲ ਬਣ ਸਕੇ, ਕੋਈ ਆਸਰਾ ਬਣ ਸਕੇ ਗਰੀਬ ਲੋਕਾਂ ਦੇ ਰਹਿਣ ਦਾ, ਇਸ ਲਈ ਦਿੱਤੀ ਸੀ। ਨਾ ਕਿ ਉਹ ਗਮਾਡਾ ਨੂੰ ਜਾਂ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਜਾਂ ਇਹਨਾਂ ਦੇ ਮੈਨੇਜਰ ਨੇ, ਅਧਿਕਾਰੀ ਨੇ, ਉਹਨਾਂ ਦੇ ਘਰ ਪੱਕੇ ਕਰਨ ਲਈ। ਸੋ ਉੱਥੋਂ ਦਾ ਜਿਹੜਾ ਅੱਜ ਵੀ ਪਿੰਡ ਦੇ ਲੋਕ ਕਹਿ ਰਹੇ ਨੇ, ਕੱਲ੍ਹ ਵੀ ਮੁੰਡੇ ਜਾ ਕੇ ਆਏ ਨੇ ਕਿ ਤੁਸੀਂ ਉਹ ਜ਼ਮੀਨ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਗਤ ਦੇ ਹਵਾਲੇ ਕਰਾਓ, ਨਹੀਂ ਤਾਂ ਇਹਨਾਂ ਲੋਕਾਂ ਨੇ ਜੇ ਵੇਚਤੀ ਤੇ ਲੋਕਾਂ ਦਾ ਮਤਲਬ ਗੁਰੂ ਘਰ ਦੇ ਪ੍ਰਬੰਧਕਾਂ ਤੋਂ ਬਿਲਕੁਲ ਵਿਸ਼ਵਾਸ ਉੱਠ ਜਾਊਗਾ ਕਿ ਇਹਨਾਂ ਨੂੰ ਕੋਈ ਜ਼ਮੀਨ ਨਹੀਂ ਦਊਗਾ। ਨਾਲੇ ਦੂਜੀ ਗੱਲ ਵੱਡੀ ਇਹ ਹੈ ਕਿ ਮੋਹਾਲੀ ਵਰਗਾ ਜਿਹੜਾ ਸ਼ਹਿਰ ਹੈ, ਜ਼ਿਲ੍ਹਾ, ਇਸ ਜ਼ਿਲ੍ਹੇ ਦੀ ਸੰਗਤ ਦੇ ਲਈ ਉਸ ਬੀਬੀ ਨੇ ਜ਼ਮੀਨ ਦਿੱਤੀ ਸੀ ਤਾਂ ਕਿ ਇਸ ਜ਼ਿਲ੍ਹੇ ਦੇ ਲੋਕਾਂ ਦਾ ਫਾਇਦਾ ਹੋਵੇ। ਤੇ ਬਦਲੇ ਤੇ ਇਹਨਾਂ ਨੇ ਉਹ ਜੰਗਲ ਦੇ ਵਿੱਚ ਮਲੇਰਕੋਟਲੇ ਜ਼ਮੀਨ ਲੈ ਲਈ, ਉੱਥੇ ਕਿਹਨੂੰ ਫਾਇਦਾ ਹੋਊਗਾ? ਇੱਥੇ ਤੇ ਕੱਲ੍ਹ ਨੂੰ ਜੇ ਸਰਾਂ ਬਣਾ ਦਿੰਦੇ ਤੇ PGI ਇੱਕ ਵੱਡਾ ਫਲੈਕਸ ਬੋਰਡ ਲਾਇਆ ਜਾਂਦਾ ਕਿ ਕਿਸੇ ਵੀ ਮਰੀਜ਼ ਨੂੰ, ਕਿਤੇ ਉਹਦੇ ਪਰਿਵਾਰ ਨੂੰ ਰਹਿਣ 'ਚ ਦਿੱਕਤ ਆਵੇ ਤੇ ਇਹ ਨੇੜੇ ਪੈਂਦਾ ਅੰਬ ਸਾਹਿਬ, ਕੋਈ ਜ਼ਿਆਦਾ ਦੂਰ ਨਹੀਂ, ਇੱਥੇ ਆ ਕੇ ਉਹ ਰਹਿ ਸਕਦਾ ਵਾ। ਨਾਲੇ ਜਿਹੜਾ ਸਿੱਖ ਸਿਧਾਂਤ ਨੇ
ਉਹ ਇੱਥੇ ਖਰਾ ਉਤਰਦੇ ਨੇ, ਪਹਿਰੇਦਾਰੀ ਹੁੰਦੀ ਸਿੱਖ ਸਿਧਾਂਤਾਂ ਦੇ ਉੱਤੇ। ਸੋ ਇਸੇ ਲਈ ਇਹ ਸਾਰੇ ਜਿਹੜੇ ਘਪਲਿਆਂ ਦੇ ਪਿੱਛੇ ਮੈਂ ਸਮਝਦਾ ਜਿਹੜੀ ਬਾਦਲ ਪਰਿਵਾਰ ਹੈ, ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਤੇ ਇਹ ਸਾਰਾ ਕੁਝ ਇਹਨਾਂ ਦੀ ਦੇਖ ਹੇਠ ਸਾਰਾ ਕੁਝ ਜਿਹੜਾ ਗੁਰਦੁਆਰਿਆਂ ਦੇ ਵਿੱਚ ਘਪਲੇ ਹੋ ਰਹੇ ਨੇ ਜਾਂ ਗੋਲਕਾਂ ਦੇ ਵਿੱਚ ਘਾਟੇ ਪੈ ਰਹੇ ਨੇ ਜਾਂ ਕਿਤੇ ਜਿਹੜੀ ਸਾਰੰਗੜੀ ਸਰਾਂ ਦੀ ਗੱਲ ਕੀਤੀ ਸੀ ਜਾਂ ਹੋਰ ਵੀ ਬੜੇ ਮਤਲਬ ਸਕੂਲਾਂ ਦੇ ਪ੍ਰਬੰਧਕ ਦੇ ਬਾਰੇ ਮਾਮਲੇ ਬੜੇ ਸਾਹਮਣੇ ਆਉਂਦੇ ਨੇ, ਉਹਦਾ ਇੱਕੋ ਕਾਰਨ ਹੈ ਕਿ ਬਾਦਲ ਪਰਿਵਾਰ ਦੀ ਜਿਹੜੀ ਦੇਖ ਰੇਖ ਹੇਠ ਇਹ ਗੁਰੂ ਘਰ ਦੀ ਗੋਲਕ ਦੀ ਲੁੱਟ ਖਸੁੱਟ ਕਰ ਰਹੇ ਨੇ। ਤੇ ਦੂਜੀ ਗੱਲ ਇੱਕ ਹੋਰ ਮੈਂ ਇਹਦੇ 'ਚ ਸ਼ਾਮਲ ਕਰਦੇ ਹਾਂ, ਜਿਹੜੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਈ ਹੈ ਕਿ ਸਾਡੇ ਗੁਰੂ ਦੀ ਗੋਲਕ ਨੂੰ ਘਾਟਾ ਪਿਆ, ਇਹਨਾਂ ਨੇ ਦਰਸਾਇਆ 40। ਜੀ ਮੈਂ ਟੋਕਰੀਆਂ ਮੈਂ ਆਉਣੀ ਆ ਤੁਹਾਡੇ ਕੋਲ, ਪਰ ਮੈਂ ਡਾਕਟਰ ਖੁਸ਼ਹਾਲ ਸਿੰਘ ਤੋਂ ਜਾਣਨਾ ਚਾਹਾਂਗੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਹੈ ਕਿ ਬਾਦਲ ਪਰਿਵਾਰ, ਇਹ ਗੱਲਾਂ ਪਹਿਲਾਂ ਵੀ ਬਹੁਤ ਵਾਰੀ ਉੱਠੀਆਂ ਨੇ ਕਿ ਬਾਦਲ ਪਰਿਵਾਰ ਦੇ ਪ੍ਰਭਾਵ ਦੇ ਹੇਠ ਐਸਜੀਪੀਸੀ ਕੰਮ ਕਰਦੀ ਹੈ, ਪਰ ਹੁਣ ਜਿਸ ਤਰੀਕੇ ਦੇ ਨਾਲ ਗਮਾਡਾ ਵੀ ਵਿੱਚ ਐਂਟਰ ਹੋ ਚੁੱਕੀ ਹੈ, ਜ਼ਮੀਨ ਦੇ ਪੁੱਡਾ ਵੀ ਹੋ ਚੁੱਕੀ ਹੈ, ਤੇ ਹੁਣ ਮੌਜੂਦਾ ਸਰਕਾਰ ਇਸ ਵੇਲੇ ਕਾਂਗਰਸ ਹੈ, ਤੇ ਸੰਬੰਧਿਤ ਜਿਹੜੇ ਮੰਤਰੀ ਨੇ ਇਸ ਵਿਭਾਗ ਦੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਜਾਂ ਲੋਕਲ ਬਾਡੀ ਮਿਨਿਸਟਰ ਬ੍ਰਹਮ ਮਹਿੰਦਰਾ, ਹੁਣ ਉਹਨਾਂ ਤੱਕ ਅਪਰੋਚ ਕਰਨ ਦਾ ਕੀ ਤੁਹਾਡੇ ਵੱਲੋਂ ਕੋਈ ਟੀਚਾ ਮਿੱਥਿਆ ਗਿਆ ਹੈ, ਜਾਂ ਜਿਸ ਤਰ੍ਹਾਂ ਤੁਸੀਂ ਇਸ ਘਪਲੇ ਨੂੰ ਉਜਾਗਰ ਕੀਤਾ ਹੈ ਜਾਂ ਕਿਸ ਪੱਧਰ ਤੇ ਲੈ ਕੇ ਜਾਣ ਬਾਰੇ ਹੁਣ ਇਸ ਮਸਲੇ ਨੂੰ ਸੋਚਿਆ ਹੈ? ਕਮਲਜੀਤ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕਿਹਾ ਹੈ ਕਿ ਉਹ ਜਿਹੜਾ ਉਹ ਮੰਤਰੀ ਹੈ ਹੁਣ ਜਾਂ ਗਮਾਡਾ ਨੇ ਲਈ ਹੈ, ਲੇਕਿਨ ਸਾਡਾ ਹੈ ਵੀ ਜਦੋਂ ਇਹ ਐਕਵਾਇਰ ਕੀਤੀ ਗਈ ਉਦੋਂ ਗਮਾਡਾ ਵੀ ਅਕਾਲੀ ਦਲ ਦੇ ਅੰਡਰ ਸੀ ਤੇ ਸ਼੍ਰੋਮਣੀ ਕਮੇਟੀ ਵੀ ਅੰਡਰ ਸੀ। ਉਹਨਾਂ ਨੇ ਇੱਕ ਹੋਰ ਇਹਦੇ ਨਾਲ ਇੱਕ ਘਪਲਾ ਜੁੜ ਗਿਆ। ਅੱਜ ਹੀ ਸਟੇਟਮੈਂਟ ਦਿੱਤੀ ਹੈ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿ ਅਸੀਂ 4 ਕਰੋੜ ਰੁਪਈਆ ਜਿਹੜਾ ਇਸ ਵਾਸਤੇ ਰੱਖ ਲਿਆ ਸੀਗਾ, ਕੇਸ ਲੜਨਾ ਸੀਗਾ ਕਿ ਪੂਰੀ ਕੀਮਤ ਮਿਲ ਸਕੇ। ਤੇ ਕਿਹਦੇ ਖਿਲਾਫ ਕੇਸ ਲੜਨਾ ਆ? ਬਾਦਲ ਸਰਕਾਰ ਦੇ ਖਿਲਾਫ ਲੜਨਾ ਸੀ ਜਿਹਦਾ ਸ਼੍ਰੋਮਣੀ ਕਮੇਟੀ ਉੱਤੇ ਪਹਿਲਾਂ ਹੀ ਕਬਜ਼ਾ ਸੀਗਾ। ਸੋ ਇਹ ਆਪਸ ਦੇ ਵਿੱਚ ਬੜੀਆਂ ਜੁੜੀਆਂ ਹੋਈਆਂ ਨੇ, ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀਗੀ। ਉਹ ਮਹੰਤ ਹੈ ਜਿਹੜਾ ਗੁਰੂ ਘਰ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ, ਜਿਹੜੀਆਂ ਸਾਰੀਆਂ ਜਾਇਦਾਦਾਂ ਨੇ, ਉਹਨਾਂ ਦੇ ਉੱਤੇ ਕਬਜ਼ਾ ਕਰਕੇ ਪਰਿਵਾਰਾਂ ਦੇ ਵਿੱਚ ਨਿੱਜੀ ਫਾਇਦਿਆਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਨਨਕਾਣਾ ਸਾਹਿਬ ਦਾ ਸੀ ਸਾਕਾ ਬਣਾ ਕੇ ਹਟਿਆ। ਨਨਕਾਣਾ ਸਾਹਿਬ ਦੇ ਮਹੰਤ ਉੱਤੇ ਦੋਸ਼ ਲੱਗਦੇ ਸੀ ਕਿ ਉਹਨੇ ਬਹੁਤ ਸਾਰਾ ਪੈਸਾ ਜਿਹੜਾ ਸਿੱਖ ਵਿਰੋਧੀ ਸੀਗਾ ਉਸ ਟਾਈਮ ਆਰੀਆ ਸਮਾਜੀ ਲਾਲਾ ਲਾਜਪਤ ਰਾਏ, ਉਹਨੂੰ ਦੇ ਦਿੱਤਾ ਸੀ। 50,000 ਰੁਪਇਆ ਉਹਨਾਂ ਦਿਨਾਂ ਦੇ ਵਿੱਚ ਇਸ ਗੁਰੂ ਦੀ ਗੋਲਕ 'ਚੋਂ ਦਿੱਤਾ ਸੀ। ਇਸ ਤੋਂ ਰੌਲਾ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਨਮ ਹੋਇਆ ਸੀਗਾ ਇਸ ਦਾ। ਤੇ ਅੱਜ ਜਿਹੜਾ ਆ ਉਹੀ ਕੁਛ ਜਿਹੜਾ ਦੁਆਰਾ ਸ਼੍ਰੋਮਣੀ ਕਮੇਟੀ ਦੇ ਬੈਨਰ ਥੱਲੇ ਜਿਹੜੇ ਆ ਇਹੀ ਵਰਤਾਰਾ, ਇਹ ਫਨੋਮਨੇ ਦੇ ਲੋਕ ਨੇ ਜਿਹੜੇ ਇਹ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਇੰਟਰ ਹੋ ਚੁੱਕੇ ਆ, ਤੇ ਉਹਦੇ ਆਪਣੀਆਂ ਰਾਜਸੀ ਤੇ ਸਿਆਸੀ ਲੋੜਾਂ ਨੂੰ ਸਾਹਮਣੇ ਰੱਖਦੇ ਹੋਇਆ ਜਿਹੜੇ ਉਹ ਫੈਸਲੇ ਲੈਂਦੇ ਆ। ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਗਿਫਟ ਦੇ ਦਿੱਤੀ ਜਿਹੜੀ ਜ਼ਮੀਨ ਹੈ, ਇਹਨੂੰ ਹਿੱਬਾ ਕਹਿੰਦੇ ਅਸੀਂ। ਹਿੱਬਾ ਦਿੱਤੀ ਜ਼ਮੀਨ ਨੂੰ ਕੋਈ ਅਧਿਕਾਰ ਨਹੀਂ ਅੱਗੇ ਵਾਸਟ ਕਰਨ ਦਾ। ਜਦੋਂ ਗਿਫਟ ਦਿੱਤੀ ਜਾਂਦੀ ਹੈ ਤਾਂ ਗਿਫਟ ਕਰਨ ਵਾਲੇ ਦੀਆਂ ਭਾਵਨਾ ਹੁੰਦੀਆਂ ਨੇ, ਉਹਨਾਂ ਕਿਸ ਭਾਵਨਾ ਤਹਿਤ ਦਿੱਤੀ ਆ। ਜਿਸ ਬੰਦੇ ਨੇ ਦਾਨ ਦਿੱਤੀ ਆ ਉਹਦੀਆਂ ਭਾਵਨਾ ਆ ਕਿ ਇੱਥੇ ਕੋਈ ਜਿਹੜਾ ਚੈਰਿਟੀ ਦਾ ਕੰਮ ਹੋਣਾ ਚਾਹੀਦਾ, ਕੋਈ ਚੰਗਾ ਪ੍ਰੋਜੈਕਟ ਹੋਣਾ ਚਾਹੀਦਾ। ਲੇਕਿਨ ਇਹਨਾਂ ਨੇ ਬਿਜ਼ਨਸ ਪੁਆਇੰਟ ਤੋਂ, ਜਿਵੇਂ ਇਹਨਾਂ ਦੀ ਪ੍ਰਾਪਰਟੀ ਹੁੰਦੀ ਹੈ, ਇੱਥੋਂ ਵੇਚ ਕੇ ਉੱਥੇ ਖਰੀਦ ਲਈ ਆ। ਤੇ ਇਹਦੇ ਵਾਸਤੇ ਦੂਜੀ ਗੱਲ ਹੈ ਕਿ ਇਹ ਜਿਹੜੀ ਗੌਰਮੈਂਟ ਨੇ ਜੇ ਜ਼ਮੀਨ ਲੈਣੀ ਹੈ ਤਾਂ ਉਹ ਇਹ ਕਮਰਸ਼ੀਅਲ ਪਰਪਸ ਵਾਸਤੇ ਨਹੀਂ ਲੈ ਸਕਦੀ। ਜਿਹੜਾ ਇਹ ਜਿਹੜਾ ਐਰੋਸਿਟੀ ਹੈ ਇਹਦੇ ਵਿੱਚ ਜਿਹੜੀਆਂ ਕੋਠੀਆਂ ਕੱਟ ਕੇ ਇਸ ਦੇ ਲਈ ਡਾਕਟਰ ਖੁਸ਼ਹਾਲ ਜੀ, ਇਸ ਦੇ ਲਈ ਕੋਈ ਕਾਨੂੰਨੀ ਕਾਰਵਾਈ ਜਾਂ ਕਾਨੂੰਨੀ ਦਾਅਪੇਚ ਵੀ ਅਪਣਾਏ ਜਾ ਸਕਦੇ ਨੇ? ਕਿਉਂਕਿ ਇੱਕ ਬੰਦੇ ਨੇ ਜਿਸ ਤਰ੍ਹਾਂ ਦਾਨ ਦਿੱਤੀ ਜਾਂ ਗਿਫਟ ਦਿੱਤੀ ਹੈ, ਕਾਨੂੰਨੀ ਦਾਇਰੇ ਦੇ ਵਿੱਚ ਵੀ ਆਉਂਦੀ ਹੈ, ਜਿਸ ਤਰ੍ਹਾਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੁਸੀਂ ਕਿਹਾ। ਔਰ ਜਿਸ ਤਰੀਕੇ ਦੇ ਨਾਲ ਇੱਕ ਧਾਰਮਿਕ ਪ੍ਰਾਪਰਟੀ ਨੂੰ ਸਰਕਾਰ ਦੀ ਕੰਪਨੀ ਦੇ ਸਪੁਰਦ ਕਰਨਾ ਜਾਂ ਪ੍ਰਾਈਵੇਟ ਕੰਪਨੀ ਦੇ ਸਪੁਰਦ ਕਰਨਾ, ਬਿਜ਼ਨਸ ਵਿਊ ਦੇ ਲਈ ਯੂਜ਼ ਕਰਨਾ, ਕੋਈ ਨਾ ਕੋਈ ਕਾਨੂੰਨੀ ਦਾਅਪੇਚ ਤਾਂ ਹੋਏਗਾ ਇਸ ਦੇ ਲਈ। ਨਹੀਂ, ਦਾਅਪੇਚ ਹੈਗਾ, ਪਰ ਸਾਡੇ ਕਾਨੂੰਨੀ ਪ੍ਰਕਿਰਿਆ ਇੰਨੀ ਮਾੜੀ ਹੈ ਇੱਥੋਂ ਦੀ। ਸਾਡੇ ਸਾਹਮਣੇ ਆ ਸਾਰੀਆਂ ਸ਼ਮਸ਼ਾਨ ਘਾਟਾਂ ਚੰਡੀਗੜ੍ਹ ਦੇ ਨੇੜੇ ਆ, ਉਹ ਵੇਚੀਆਂ ਜਾ ਚੁੱਕੀਆਂ ਨੇ। ਤੇ ਜਦੋਂ ਜ਼ਮੀਨਾਂ ਦੇ ਮਸਲੇ ਹੁੰਦੇ ਆ, ਉਹ ਜਿਹੜੇ ਪ੍ਰਾਪਰਟੀ ਡੀਲਰ ਆ ਉਹਨਾਂ ਕੋਲ ਬਹੁਤ ਕੁਝ ਦੇਣ ਲਈ ਹੁੰਦਾ ਆ। ਪੋਲੀਟੀਕਲ ਲੋਕਾਂ ਨੂੰ ਇੱਕ ਕੋਠੀ ਦਾ ਪਲਾਟ ਦੇ ਦਿੰਦੇ ਨੇ, ਜੱਜਾਂ ਨੂੰ ਦੇ ਦਿੰਦੇ ਆ, ਜੁਡੀਸ਼ਰੀ ਵੀ ਪ੍ਰਭਾਵ ਥੱਲੇ ਆ ਜਾਂਦੀ ਆ ਤੇ ਪੋਲੀਟੀਕਲ ਲੋਕ ਆ ਜਾਂਦੇ ਆ। ਤੇ ਕੇਸ ਤੇ ਉਮੀਦ ਕਿੱਥੋਂ ਰੱਖੀ ਹੈ? ਜਿਹੜੀ ਸਾਡੀ ਕਾਰਜਕਾਰਨੀ ਸਰਕਾਰ ਹੁੰਦੀ ਆ, ਕਾਰਜਪਾਲਿਕਾ ਆ, ਉਹ ਵੀ ਭ੍ਰਿਸ਼ਟਾਚਾਰ ਦੇ ਅੰਦਰ ਹੈ। ਤੇ ਜਿਹੜੀ ਜੁਡੀਸ਼ਰੀ ਆ ਉਹਦੇ ਤੇ ਵੀ ਬਹੁਤ ਸਾਰੇ ਸਵਾਲ ਨੇ। ਸੋ ਅਸੀਂ ਤੇ ਲੋਕਾਂ ਨੂੰ ਸੰਗਤਾਂ ਨੂੰ ਜਾਗਰਤ ਕਰ ਸਕਦੇ ਆ।
ਇਹਨਾਂ ਦਾ ਜਿਹੜਾ ਕਿਉਂਕਿ ਇੱਕੋ ਇੱਕ ਇਲਾਕਾ ਹੈ ਕਿ ਇਹ ਸਾਡੇ ਕੋਲ ਇਲਾਜ ਹੈ ਕਿ ਜਿਹੜੇ ਇਹ ਹੇਰਾਫੇਰੀ ਕਰਦੇ ਆ, ਜਿਹੜਾ ਇਹ ਭ੍ਰਿਸ਼ਟਾਚਾਰ ਕਰਦੇ ਆ, ਉਹ ਲੋਕਾਂ ਦੇ ਸੰਗਤਾਂ ਵਿੱਚ ਉਜਾਗਰ ਕੀਤਾ ਜਾਵੇ ਤਾਂ ਉਹਦਾ ਲੋਕਾਂ ਦਾ ਪ੍ਰੈਸ਼ਰ ਹੀ ਇਹਨਾਂ ਤੇ ਕੰਮ ਕਰ ਸਕਦਾ ਹੈ। ਨਹੀਂ ਜਿਸ ਤਰ੍ਹਾਂ ਦੇ ਕਾਨੂੰਨੀ ਪ੍ਰਕਿਰਿਆ ਆ ਉਹਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਨੇ ਆਪ ਹੀ ਕੇਸ ਕਰਾਇਆ ਹੋਇਆ ਕੇਸ ਨਾ। ਕੇਸ ਕਾਹਦੇ ਵਾਸਤੇ ਕਰਾਇਆ? ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾਉਣ ਵਾਸਤੇ ਕਿ ਇੱਕ ਕੇਸ ਕਰ ਦਿਓ। ਦੀਵਾਨੀ ਕੇਸ ਨੇ, ਇਹਨਾਂ ਦਾ ਫੈਸਲੇ ਤਾਂ 50-50 60-60 100 ਸਾਲ ਨਹੀਂ ਹੁੰਦੇ। ਸੋ ਇਸ ਕਰਕੇ ਉਹਦੇ ਤੋਂ ਤਾਂ ਕੋਈ ਉਮੀਦ ਨਹੀਂ ਖਾਸ ਕਰਕੇ ਜਦੋਂ ਇਹਦੇ ਜ਼ਮੀਨਾਂ ਦੇ ਮਾਮਲੇ ਆ, ਪ੍ਰਾਪਰਟੀ ਦਾ ਮਾਮਲਾ ਆ, ਉੱਥੇ ਕੋਈ ਕੋਰਟ ਤੋਂ ਉਮੀਦ ਨਹੀਂ ਰੱਖੀ ਜਾ ਸਕਦੀ। ਦੂਸਰੀ ਆ ਕਿ ਪੋਲੀਟੀਕਲ ਸਿਆਸੀ ਧਿਰ ਹੈ, ਉਹ ਕੋਈ ਬਹੁਤ ਦੁੱਧ ਧੋਤੀ ਨਹੀਂ ਹੈਗੀ ਵੀ ਹੁਣ ਜਿਹੜੀ ਸਰਕਾਰ ਹੈ ਉਹ ਬਹੁਤ ਦੁੱਧ ਧੋਤੀ ਹੈ, ਉਹ ਬਹੁਤ ਡਰਦੀ ਹੈ, ਉਹ ਆਪਣੀ ਕਿਸਮ ਦੇ ਘਪਲੇ ਕਰਦੀ ਹੈ। ਰੋਜ਼ ਅਸੀਂ ਦੇਖ ਰਹੇ ਹਾਂ ਹਰ ਤਰ੍ਹਾਂ ਦੇ, ਭਾਵੇਂ ਉਹ ਸਾਡੇ ਵਾਸਤੇ ਤਾਂ ਲੋਕਾਂ ਵਾਸਤੇ ਉਹਨੇ ਪਵਿੱਤਰ ਨੇ, ਭਾਵੇਂ ਉਹ ਵਜ਼ੀਫਿਆਂ ਦੇ ਪੈਸੇ ਹੋਣ, ਲੋਕਾਂ ਦੀ ਪੜ੍ਹਾਈ ਦੇ ਪੈਸੇ ਹੋਣ, ਹਰ ਰੋਜ਼ ਉੱਤੇ ਜਿਹੜੇ ਘੁਟਾਲੇ ਸਰਕਾਰ ਦੇ ਸਾਹਮਣੇ ਆ ਰਹੇ ਆ। ਸੋ ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਹੋਣ ਵਾਲੀ ਸਰਕਾਰ ਹੈ ਪੁਰਾਣੀ ਸਰਕਾਰ ਨੂੰ ਕਟਹਿਰੇ 'ਚ ਟੰਗ ਕੋਈ ਸਜ਼ਾ ਦਵਾ ਦੂਗੀ। ਇਹ ਨਹੀਂ ਹੁੰਦਾ, ਇਹ ਤਾਂ ਆਪਣੀ ਵਾਰੀ ਨਾਲ ਚੱਲਣਗੇ। ਪਰ ਲੋਕਾਂ ਦੇ ਵਿੱਚ ਜ਼ਰੂਰ ਹੈ ਇਹ ਮੋਰਲ ਤੌਰ 'ਤੇ ਇਹਨਾਂ ਦੇ ਜਿਹੜਾ ਆ ਇਹਨਾਂ ਦੀ ਹਾਰ ਹੋਏਗੀ ਜਦੋਂ ਲੋਕਾਂ ਨੂੰ ਇਹ ਗੱਲ ਪਤਾ ਲੱਗੇਗੀ। ਅਤੇ ਸਾਡੀ ਇਹ ਕੋਸ਼ਿਸ਼ ਹੈ ਮੀਡੀਆ ਤਾਈਂ ਵੱਖ-ਵੱਖ ਸੋਰਸ ਸਾਧਨ ਵਰਤ ਕੇ ਇਹਨਾਂ ਦੇ ਜਿਹੜੇ ਪਾਪ ਨੇ ਉਹ ਲੋਕਾਂ ਦੇ ਸਾਹਮਣੇ ਨੰਗੇ ਕੀਤੇ ਜਾਣ। ਜਸਵਿੰਦਰ ਜੀ ਤੁਹਾਡੇ ਕੋਲ ਵਾਪਸ ਆਵਾਂਗੀ ਮੈਂ। ਤੁਸੀਂ ਕਿਸੇ ਬਜਟ ਦੇ ਘਾਟੇ ਦੀ ਗੱਲਬਾਤ ਕਰ ਰਹੇ ਸੀਗੇ, ਪਲੀਜ਼ ਉਹਨੂੰ ਕੰਟੀਨਿਊ ਕਰੋ। ਦੇਖੋ ਜੀ, ਜਿੱਥੇ ਅਸੀਂ ਗੁਰਦੁਆਰਾ ਅੰਬ ਸਾਹਿਬ ਦੀ ਗੱਲ ਕਰ ਰਹੇ ਹਾਂ, ਉੱਥੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਜਿਹੜੇ ਸਰੂਪ ਲਾਪਤਾ ਹੋਏ ਉਹਨਾਂ ਦੀ ਵੀ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਗੱਲ ਕਰ ਰਹੇ ਹਾਂ 40 ਕਰੋੜ ਦੇ ਘਾਟੇ ਦੀ। ਇਹ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਗੁਰੂ ਦੀ ਗੋਲਕ ਨੂੰ ਘਾਟਾ ਪਿਆ ਹੋਵੇ, ਕਿਤੇ ਹੋ ਨਹੀਂ ਸਕਦਾ, ਕਿਉਂਕਿ 40 ਕਰੋੜ ਦਾ ਘਾਟਾ ਬਹੁਤ ਜ਼ਿਆਦਾ ਹੁੰਦਾ ਵਾ। ਕਿਉਂਕਿ ਇਹਨਾਂ ਨੇ ਕੀਤਾ ਕੀ ਹੈ, ਇਹਨਾਂ ਨੇ ਨਾਂ ਲਿਆ ਕਰੋਨਾ ਦਾ। ਜਿਵੇਂ ਭਾਰਤ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ, ਕਰੋਨਾ ਦੇ ਸਹਾਰੇ ਕਿੰਨੇ ਕਾਨੂੰਨ ਲਾਗੂ ਕਰਨ ਲੱਗੀ ਹੋਈ ਹੈ, ਜਿਹੜੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗੀ ਹੋਈ ਹੈ। ਉਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੇ ਆਪਣੇ ਕੀਤੇ ਹੋਏ ਘੁਟਾਲਿਆਂ ਦੇ ਪਰਦਾ ਪਾਉਣ ਦੇ ਲਈ ਕਰੋਨਾ ਦਾ ਸਹਾਰਾ ਲੈ ਰਹੇ ਨੇ। ਉਹ ਸਾਰਾ ਕੁਝ ਕਰੋਨਾ ਤੇ ਮੜਿਆ ਜਾ ਰਿਹਾ, ਜਦੋਂ ਕਿ ਇਹ ਸਾਰਾ ਝੂਠ ਹੈ। ਅਸੀਂ ਮੰਨਦੇ ਹਾਂ ਕਿ ਕਰੋਨਾ ਦੇ ਨਾਲ ਕੁਝ ਪਰਸੈਂਟ ਘਾਟਾ ਪੈ ਸਕਦਾ ਜਾਂ ਕੁਝ ਅਮਾਊਂਟ ਦਾ ਬਜਟ ਦਾ ਫਰਕ ਹੋ ਸਕਦਾ, ਪਰ ਇੰਨਾ ਵੱਡਾ ਫਰਕ ਕਦੇ ਵੀ ਨਹੀਂ ਹੋ ਸਕਦਾ। ਤੁਸੀਂ ਦੇਖੋ ਸਾਰੀਆਂ ਵਿਦੇਸ਼ ਦੀ ਸਿੱਖ ਜਥੇਬੰਦੀਆਂ ਨੇ ਲੋਕਾਂ ਦੇ ਲਈ ਲੰਗਰ ਲਾਏ ਨੇ, ਪਿੰਡਾਂ 'ਚੋਂ ਆ ਕੇ ਲੋਕਾਂ ਨੇ ਲੰਗਰ ਲਾਏ ਨੇ, ਛੋਟੇ ਗੁਰਦੁਆਰਿਆਂ ਨੇ ਲੰਗਰ ਲਾਏ ਨੇ, ਤੇ ਇਹਨਾਂ ਨੇ ਇਹੋ ਜਿਹਾ ਕੀ ਕਰਤੇ ਆ ਵੀ ਜਿਹੜਾ 40 ਕਰੋੜ ਦਾ ਘਾਟਾ ਪੈ ਗਿਆ। ਸੋ ਨਾਲ ਇਹ ਵੀ ਸਾਡਾ ਉਦਣ ਦਾ ਮੁੱਦਾ ਰਹੂਗਾ ਕਿ ਪਹਿਲੀ ਵਾਰੀ ਬੀਬੀ ਜਗੀਰ ਕੌਰ ਦੇ ਸਮੇਂ ਇਹੋ ਜਿਹਾ ਹੋਇਆ ਕਿ ਗੁਰੂ ਦੀ ਗੋਲਕ ਹੈ ਜਿਹੜੀ 40 ਕਰੋੜ ਘਾਟੇ 'ਤੇ ਚੱਲ ਗਈ। ਸੋ ਇਹਨਾਂ ਗੱਲਾਂ ਦਾ ਵੀ ਅਸੀਂ ਉਸ ਦਿਨ ਡਟ ਕੇ ਵਿਰੋਧ ਕਰਾਂਗੇ। 10 ਅਪ੍ਰੈਲ ਕਿਸ ਦਿਨ ਦੀ ਗੱਲ ਕਰ ਰਹੇ ਹੋ ਤੁਸੀਂ? 10 ਅਪ੍ਰੈਲ ਨੂੰ ਕਿਸ ਤਰੀਕੇ ਦਾ ਵਿਰੋਧ ਕਿੱਥੇ ਕਰੋਗੇ, ਜਾਂ ਫਿਰ ਕਿਸ ਜਗ੍ਹਾ ਤੇ ਕਰੋਗੇ, ਜਾਂ ਫਿਰ ਇੱਕ ਪਾਰਟਿਕੂਲਰ ਜਗ੍ਹਾ ਤੇ ਜਾ ਕੇ ਤੁਸੀਂ ਜਿਹੜਾ ਰੋਸ ਪ੍ਰਦਰਸ਼ਨ ਹੈ ਕਰੋਗੇ? ਦੇਖੋ ਜੀ, ਇਹ ਸਾਡਾ ਰੋਸ ਪ੍ਰਦਰਸ਼ਨ ਹੈ ਬਿਲਕੁਲ ਪੀਸਫੁਲੀ ਹੋਊਗਾ। ਦਰਬਾਰ ਸਾਹਿਬ ਦੇ ਲਾਗੇ ਜਿੱਥੇ ਪਹਿਲੇ ਬੁੱਤ ਹੁੰਦੇ ਸੀਗੇ ਤੋੜੇ ਗਏ ਸੀ, ਉਹ ਥਾਂ ਖੁੱਲੀ ਹੈ ਤੇ ਉੱਥੇ ਸੰਗਤ ਨੂੰ ਵੀ ਕੋਈ ਡਿਸਟਰਬੈਂਸ ਨਹੀਂ ਹੋਊਗੀ। ਉੱਥੇ ਬਹਿ ਕੇ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਸਾਡੇ ਬੁਲਾਰੇ ਨੇ ਉਹ ਦੱਸਣਗੇ। ਸਾਡੇ ਕੋਲੇ ਇਹ ਗੱਲ ਨਹੀਂ, ਇਹ ਮੁੱਦਾ ਚੁੱਕਣ ਤੋਂ ਬਾਅਦ ਮੈਨੂੰ ਯੂਪੀ 'ਚੋਂ, ਹਰਿਆਣੇ 'ਚੋਂ, ਦਿੱਲੀ 'ਚੋਂ, ਹਿਮਾਚਲ 'ਚੋਂ, ਰਾਜਸਥਾਨ 'ਚੋਂ ਬੜੀ ਦੂਰੋਂ ਫੋਨ ਆਏ ਨੇ। ਉਹ ਬੰਦੇ ਦੱਸ ਰਹੇ ਨੇ, ਮੇਰੇ ਕੋਲ ਰਿਕਾਰਡਿੰਗਾਂ ਵੀ ਮੌਜੂਦ ਨੇ ਕਿ ਫਲਾਨੀ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਹ ਘੁਟਾਲਾ ਕੀਤਾ, ਇਸ ਜ਼ਿਲ੍ਹੇ ਦੇ ਵਿੱਚ ਆਹ ਘੁਟਾਲਾ ਕੀਤਾ, ਇੱਥੇ ਗੋਲਕ ਇੰਨੀ ਹੁੰਦੀ ਸੀ ਇੰਨੀ ਰਹਿ ਗਈ। ਉਹ ਬੰਦੇ ਸਾਰੇ ਮਤਲਬ ਪੰਜਾਬ 'ਚੋਂ, ਭਾਰਤ 'ਚੋਂ ਉੱਥੇ ਆਉਣ ਲਈ ਤਿਆਰ ਨੇ ਤੇ ਵਿਦ ਸਬੂਤ। ਇਹ ਕੱਲਾ ਮਤਲਬ ਸਾਡਾ ਇਕੱਲੇ ਹੁਣ ਅੰਬ ਸਾਹਿਬ ਵਾਲਾ ਮਸਲਾ ਨਹੀਂ ਰਹਿ ਗਿਆ, ਇਹ ਮਸਲਾ ਜਿਹੜਾ ਬਹੁਤ ਅੱਗੇ ਵੱਧ ਗਿਆ, ਕਿਉਂਕਿ ਜਿੱਥੇ ਵੀ ਇਹਨਾਂ ਨੇ ਘੁਟਾਲੇ ਕੀਤੇ ਨੇ ਉਹ ਲੋਕ ਇਸ ਤੋਂ ਬਾਅਦ ਜਾਗ ਚੁੱਕੇ ਨੇ। ਉਹ ਚਾਹੁੰਦੇ ਨੇ ਕਿ ਗੁਰਦੁਆਰਾ ਜਿਹੜਾ ਪ੍ਰਬੰਧ ਹੈ, ਜਿਹੜੀ ਗੁਰੂ ਦੀ ਗੋਲਕ ਲੁੱਟ ਖਸੁੱਟ ਕੀਤੀ ਜਾ ਰਹੀ ਹੈ, ਉਹ ਮੁਕੰਮਲ ਤੌਰ ਤੇ ਬੰਦ ਹੋਵੇ, ਤਾਂ ਕਿ ਅਸੀਂ ਲੋਕਾਂ ਨੂੰ ਜਾਂ ਸਰਬੱਤ ਦੇ ਭਲੇ ਦੀ ਗੱਲ ਹੈ ਉਹ ਹੋਰ ਜ਼ਿਆਦਾ ਵੱਡੇ ਲੈਵਲ ਤੇ ਕਰ ਸਕੀਏ, ਇਸ ਕਰਪਸ਼ਨ ਚੋਂ ਬਾਹਰ ਨਿਕਲ ਸਕੀਏ। ਔਰ ਕੌਣ ਤੁਹਾਡੇ ਨਾਲ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣਗੇ? ਔਰ ਖਾਸ ਤਰ੍ਹਾਂ ਤੇ ਜੇ ਆਪਾਂ ਵੇਖੀਏ ਲੰਘੇ ਦਿਨਾਂ ਦੇ ਵਿੱਚ ਜਦੋਂ ਪਾਵਨ ਸਰੂਪਾਂ ਦੇ ਗਬਨ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਤੇ ਐਸਜੀਪੀਸੀ ਟਾਸਕ ਫੋਰਸ ਤੇ ਸਿੱਖ ਜਥੇਬੰਦੀਆਂ ਦੇ ਵਿਚਾਲੇ ਹਿੰਸਕ ਝੜਪ ਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਸਾਹਮਣੇ ਆਈਆਂ ਨੇ। ਔਰ ਇਸ ਦੇ ਨਾਲ ਨਜਿੱਠਣ ਲਈ ਕਿਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਤਿਆਰੀ ਹੈ ਉਹ ਕਰ ਰਹੇ ਹੋ? ਦੇਖੋ ਜੀ, ਸਾਡੀ ਕੋਸ਼ਿਸ਼ ਇਹੀ ਹੈ ਕਿ ਉੱਥੇ ਅਸੀਂ ਵਾਹਿਗੁਰੂ ਦਾ ਜਾਪ ਕਰਨਾ ਹੈ ਨਾ, ਆਪਣੀ ਗੱਲ ਰੱਖਣੀ ਹੈ ਬਿਲਕੁਲ ਪੀਸਫੁਲੀ। ਅਸੀਂ ਕੋਈ ਉੱਥੇ ਸੰਗਤ ਨੂੰ ਨਹੀਂ ਡਿਸਟਰਬ ਕਰਨਾ ਚਾਹੁੰਦੇ, ਕੋਈ ਕਿਸੇ
ਖਾਲਸੇ ਦਾ ਉੱਥੇ ਜਿਹੜਾ ਕੋਈ ਪ੍ਰਬੰਧ ਚੱਲ ਰਿਹਾ ਦਰਬਾਰ ਸਾਹਿਬ ਉਹਦੇ ਬਾਰੇ ਦਖਲ ਦੇਣ ਬਾਰੇ ਸੋਚ ਵੀ ਨਹੀਂ ਸਕਦੇ। ਜੇ ਫੇਰ ਵੀ ਕੱਲ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਦਾਂ ਕਰਦੀ ਹੈ ਤਾਂ ਇਹਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ, ਕਿਉਂਕਿ ਅੱਜ ਤੱਕ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਹੈ ਉਹ ਸਿੱਖਾਂ ਲਈ ਮਰਨ ਵਾਲਾ ਰਿਹਾ। ਪਰ ਜਦੋਂ ਦਾ ਬਾਦਲ ਪਰਿਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੋਇਆ ਉਦੋਂ ਦਾ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਸਿੱਖਾਂ ਨੂੰ ਮਾਰਨ ਵਾਲਾ ਹੋ ਗਿਆ। ਤੁਸੀਂ ਦੇਖੋ ਨਾ 1978 ਤੋਂ ਲੈ ਕੇ ਹੁਣ ਤੱਕ ਕਿੰਨੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਉੱਤੇ ਹੀ ਹਮਲੇ ਕੀਤੇ ਨੇ, ਜਦੋਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਿੱਖਾਂ ਦੀ ਡਿਫੈਂਸ ਦੇ ਲਈ, ਗੁਰੂ ਪੰਥ ਦੇ ਪ੍ਰਚਾਰ ਦੇ ਲਈ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਮਤਲਬ ਉਹਦਾ ਜਿਹੜਾ ਉਥਾਨ ਹੋਇਆ ਸੀਗਾ ਉਹ ਜਿਹੜੀ ਬਣੀ ਇਸ ਪਰਪਸ ਲਈ ਸੀ। ਪਰ ਜਿਹੜਾ ਅੱਜ ਬਾਦਲ ਪਰਿਵਾਰ ਦਾ ਉਹਦੇ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਲਟਾ ਮਤਲਬ ਸਿੱਖ ਧਰਮ ਨੂੰ ਨੁਕਸਾਨ ਕਰ ਰਹੀ ਹੈ। ਉਲਟਾ ਜਿਹੜੇ ਹੁਣ ਤੁਸੀਂ ਇੱਕ ਗੱਲ ਦੇਖੋ, ਜਦੋਂ ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਹੋਈ ਹੈ, ਹੁਣ ਇਹਨਾਂ ਨੇ ਬੀਬੀ ਜਗੀਰ ਕੌਰ ਜੀ ਨੂੰ ਤਾਂ ਪ੍ਰਧਾਨ ਬਣਾ ਤਿਆ। ਮੈਂ ਹੁਣ ਇੱਕ ਸਵਾਲ ਚੁੱਕਦਾ, ਜਦੋਂ ਸਾਰਾ ਖਾਲਸਾ ਪੰਥ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੋਈ ਬੁੱਤ, ਕੋਈ ਬੰਦਾ ਹੈ ਨਾ, ਕੋਈ ਰੋਲ ਨਹੀਂ ਅਦਾ ਕਰ ਸਕਦਾ, ਉਸ ਸਮੇਂ ਜਿਹੜੀ ਹੁਣ ਬੀਬੀ ਪ੍ਰਧਾਨ ਹੈ ਉਹ ਨਾਨਕ ਸ਼ਾਹ ਫਕੀਰ ਦਾ ਜਿਹੜਾ ਪੋਸਟਰ ਰਿਲੀਜ਼ ਕਰ ਰਹੇ ਨੇ ਅਕਸ਼ੇ ਕੁਮਾਰ ਨਾਲ। ਤੁਸੀਂ ਹੁਣ ਵੀ ਗੂਗਲ ਤੇ ਚੈੱਕ ਕਰ ਸਕਦੇ ਹੋ ਕਿ ਦਿੱਲੀ ਦੇ ਵਿਖੇ ਬੜੀ ਵੱਡੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਮੁੱਖ ਮਹਿਮਾਨ ਕੌਣ ਸੀ? ਬੀਬੀ ਜਗੀਰ ਕੌਰ। ਜਿਹੜਾ ਸਿੱਕਾ ਉਹਨੇ ਵੀ ਇਲਜ਼ਾਮ ਲਾਏ ਸੀ ਕਿ ਮੈਂ ਫਲਾਣੇ ਬੰਦੇ ਨੂੰ, ਇਹਨਾਂ ਦੇ ਪ੍ਰਧਾਨ ਨੂੰ ਟਿਕਟਾਂ ਦਿੰਦਾ ਰਿਹਾ ਕਿ ਬੰਬੇ ਆਓ। ਉਹ ਕਹਿੰਦਾ ਮੇਰਾ 2.5 ਕਰੋੜ ਇਸ ਲਈ ਖਰਚ ਹੋ ਗਿਆ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਬਾਏ 에ਅਰ ਦਿੱਲੀ ਬੁਲਾਉਂਦਾ ਰਿਹਾ, ਕਿਤੇ ਬੰਬੇ ਬੁਲਾਉਂਦਾ ਰਿਹਾ, ਮੇਰੇ ਨਾਲ ਸਹਿਮਤ ਸੀਗੇ। ਜਦੋਂ ਅੱਜ ਸੰਗਤ ਦਾ ਵਿਰੋਧ ਹੋਇਆ ਤੇ ਇਹ ਬੰਦੇ ਮੇਰੀ ਖਿਲਾਫਤ ਕਰਨ ਲੱਗ ਗਏ ਨੇ। ਸੋ ਜਿੰਨੇ ਵੀ ਮਾੜੇ ਕੰਮ ਹੋ ਰਹੇ ਨੇ, ਜੇ ਸਿੱਖ ਇਤਿਹਾਸ ਪਿੱਛੇ ਜੀ ਅਸੀਂ ਪਾਬੰਦੀ ਲਵਾਈ ਸੀ ਕਿਤਾਬ ਦੇ ਉੱਤੇ ਜਿਹੜੀ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਸੀਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਕਿਤਾਬ, ਠੀਕ ਹੈ ਜੀ, ਜਦੋਂ ਅਸੀਂ ਉਹਦਾ ਵਿਰੋਧ ਕੀਤਾ ਤੇ ਗੱਲ ਸਾਹਮਣੇ ਆਈ ਹੈ ਜਿਹੜੇ ਇਤਿਹਾਸਕਾਰਾਂ ਦਾ ਮਤਲਬ ਇੱਕ ਪੈਨਲ ਬਣਿਆ ਹੋਇਆ ਸੀ ਉਹਦੇ 'ਚ ਵੀ ਸ਼੍ਰੋਮਣੀ ਕਮੇਟੀ ਦਾ ਅਧਿਕਾਰੀ ਮੌਜੂਦ ਸੀ। ਫਿਰ ਅਕਾਲੀ ਦਲ ਬਾਦਲ ਦੇ ਸਮੇਂ 10 ਸਾਲ ਉਹ ਕਿਤਾਬ ਪੜ੍ਹਾਈ ਜਾਂਦੀ ਰਹੀ ਹੈ। ਸੋ ਕੋਈ ਵੀ ਜਿਹੜਾ ਸਿੱਖ ਵਿਰੋਧੀ ਤੁਸੀਂ ਇੱਕ ਵੀ ਮਤਲਬ ਮਸਲਾ ਚੁੱਕ ਕੇ ਦੇਖ ਲਓ, ਉਹ ਬਿਨਾਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਤੋਂ ਜਾਂ ਬਿਨਾਂ ਉਹਨਾਂ ਦੀ ਇੰਟਰਫੇਅਰ ਤੋਂ ਸਿੱਖਾਂ ਦੇ ਖਿਲਾਫ ਨਹੀਂ ਕੰਮ ਕਰ ਰਿਹਾ। ਜਦੋਂ ਵੀ ਕੋਈ ਵੀ ਮਾੜਾ ਕੰਮ ਜਾਂ ਕੋਈ ਫਿਲਮ ਬਣਦੀ ਹੈ ਜਾਂ ਕੋਈ ਕਿਤਾਬ ਲਿਖੀ ਜਾਂਦੀ ਹੈ, ਜਿਹੜੇ ਬੰਦੇ ਮਾੜਾ ਇਹ ਸਿੱਖਾਂ ਦੇ ਖਿਲਾਫ ਕਰਦੇ ਨੇ ਉਹ ਸ਼੍ਰੋਮਣੀ ਕਮੇਟੀ ਨੂੰ ਆਪਣੇ ਕਲਾਵੇ 'ਚ ਲੈ ਕੇ ਕਰਦੇ ਨੇ। ਭਾਵੇਂ ਹੁਣ ਡੇਰਾ ਮੁਖੀ ਦੀ ਗੱਲ ਕਰ ਲਓ, ਉਸ ਬੰਦੇ ਨੂੰ ਮਾਫੀ ਇਹਨਾਂ ਨੇ 90 ਲੱਖ ਰੁਪਏ ਦਾ ਇਸ਼ਤਿਹਾਰ ਇਸ ਲਈ ਜਾਰੀ ਕੀਤਾ ਕਿ ਅਸੀਂ ਡੇਰਾ ਮੁਖੀ ਨੂੰ ਮਾਫ ਕਰਤੇ ਆ, ਸਿਰਫ ਇਸ ਗੱਲ ਦੇ ਲਈ ਦੱਸਣ ਦੇ ਲਈ। ਸੋ ਤੇ ਉਹ ਇਹ ਬੰਦੇ ਨੇ, ਇਹ ਉਹੀ ਬੰਦੇ ਨੇ ਜਿਹੜੇ ਸ਼ਰਾਬਾਂ ਵੰਡਦੇ ਨੇ MLA ਦੀ ਚੋਣਾਂ ਲੜਨ ਦੇ ਲਈ, ਭੁੱਕੀ ਫੀਮ ਹੋਰ ਨਸ਼ੇ ਵੰਡਦੇ ਨੇ MP ਦੀ ਚੋਣਾਂ ਲੜਨ ਲਈ। ਉਹੀ ਬੰਦੇ ਮੁੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਾਬਜ ਹੋ ਜਾਂਦੇ ਨੇ। ਉਹ ਬੰਦੇ ਸਿੱਖਾਂ ਨੂੰ ਕੁੱਟਣਗੇ, ਮਾਰਨਗੇ ਤੇ ਜ਼ਮੀਨਾਂ ਗੁਰੂ ਘਰ ਦੀ ਵੇਚਣਗੇ, ਨਹੀਂ ਤਾਂ ਹੋਰ ਕੀ ਕਰਨਗੇ। ਸੋ ਇਹ ਸਾਰਾ ਜਿਹੜਾ ਸਿਸਟਮ ਹੈ, ਇੱਕ ਅਸੀਂ ਮੂਵਮੈਂਟ ਪੰਜਾਬ ਦੇ ਵਿੱਚ ਖੜੀ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਖੜੀ ਕੀਤਾ ਜਾਵੇ। ਅਸੀਂ ਚੰਡੀਗੜ੍ਹ 'ਚ ਵੀ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ, ਉੱਥੇ ਵੀ ਵਿਰੋਧ ਪ੍ਰਦਰਸ਼ਨ ਕਰਾਂਗੇ। ਦਿੱਲੀ ਦੇ ਵਿੱਚ ਜਿਹੜੀ ਦਿੱਲੀ ਕਮੇਟੀ ਦੀ ਚੋਣਾਂ ਚੱਲ ਰਹੀਆਂ ਨੇ ਉੱਥੇ ਵੀ ਅਸੀਂ ਜਲਦ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਸੰਗਤ ਨੂੰ ਉੱਥੇ ਜਾ ਕੇ ਵੀ ਜਾਗਰੂਕ ਕਰਾਂਗੇ ਕਿ ਆਹ ਸਾਰਾ ਰਿਕਾਰਡ ਹੈ ਜਿਹੜਾ ਬਾਦਲ ਪਰਿਵਾਰ ਦਾ, ਸ਼੍ਰੋਮਣੀ ਕਮੇਟੀ ਜੋ ਮਾੜੇ ਕੰਮ ਇਸ ਸਮੇਂ ਕਰ ਰਹੀ ਹੈ, ਉੱਥੇ ਸੰਗਤ ਕੋਲ ਲੈ ਕੇ ਪੇਸ਼ ਹੋਵਾਂਗੇ ਕਿ ਇਹਨਾਂ ਲੋਕਾਂ ਨੂੰ ਤੁਸੀਂ ਮੂੰਹ ਨਾ ਲਾਓ। ਕਿਉਂਕਿ ਦਿੱਲੀ ਦੇ ਵਿੱਚ ਹੁਣ ਮਨਿੰਦਰ ਸਿਰਸਾ ਦੀ ਇੱਕ ਗੱਲ ਅੱਗੇ ਆ ਰਹੀ ਹੈ ਕਿ ਉਹਨਾਂ ਨੇ ਗਰੀਬ ਲੋਕਾਂ ਲਈ ਹਸਪਤਾਲ ਬਣਾ ਤਿਆ। ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਇਹ ਵੀ ਮਤਲਬ ਜਿੱਦਾਂ ਕਿਉਂਕਿ BJP ਦਾ MLA ਹੈ, ਉਹਨੇ ਉਹੋ ਜਿਹੇ ਕੰਮ ਕਰਨੇ ਨੇ। ਉੱਥੇ ਇਹ ਹਸਪਤਾਲ ਤੋਂ ਪਹਿਲਾਂ ਇੱਕ ਬਾਲਾ ਸਾਹਿਬ ਹਸਪਤਾਲ ਦੀ ਇਮਾਰਤ ਹੈ, ਤੁਸੀਂ ਵੀ ਜਾ ਕੇ ਦੇਖ ਸਕਦੇ ਹੋ। ਉੱਥੇ ਕਰੋੜਾਂ ਰੁਪਏ ਲੱਗਿਆ ਹੋਇਆ, ਕਰੋੜਾਂ ਰੁਪਈਆ, ਤੇ ਉਸ ਇਮਾਰਤ ਦੇ ਵਿੱਚ 4-4 ਫੁੱਟ ਪਾਣੀ ਖੜਿਆ ਹੋਇਆ। ਮੈਂ ਹੁਣ ਪੁੱਛਣਾ ਚਾਹੁੰਦਾ ਇਹਨਾਂ ਨੂੰ, ਬਾਦਲ ਪਰਿਵਾਰ ਨੂੰ ਜਾਂ ਮਨਿੰਦਰ ਸਿਰਸਾ ਜੀ ਨੂੰ, ਕਿ ਨਵਾਂ ਤੁਸੀਂ ਹਸਪਤਾਲ ਬਣਾ ਕੇ ਚੋਣਾਂ ਦਾ ਡਰਾਮਾ ਕਰਤਿਆ ਕਿ ਮੈਂ ਮਤਲਬ ਇੱਕ ਹਸਪਤਾਲ ਲੋਕਾਂ ਲਈ ਪੇਸ਼ ਕਰਤਿਆ। ਜਿਹੜਾ ਪਹਿਲਾਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਕਰੋੜਾਂ ਰੁਪਏ ਮਤਲਬ ਲੱਗਿਆ ਹੋਇਆ ਉਸ ਇਮਾਰਤ 'ਤੇ, ਉਹ ਕਿਉਂ ਨਹੀਂ ਤੁਸੀਂ ਅੱਜ ਤੱਕ ਬਣਾ ਸਕੇ? ਕਿਉਂ ਮਤਲਬ ਖਰਾਬ ਹੋ ਰਿਹਾ ਉਹ ਸਾਰਾ ਕੁਝ? ਇੱਕ ਹਰਿਆਣੇ ਦੇ ਵਿੱਚ ਵੀ ਸਕੂਲ ਹੈਗਾ, ਉਹਦੀ ਜ਼ਮੀਨ ਹੈਗੀ ਹੈ ਬਹੁਤ ਵੱਡੀ ਗਿਣਤੀ 'ਚ ਵੀ, ਉੱਥੇ ਵੀ ਮਤਲਬ ਗੈਰ ਮਤਲਬ ਲੋਕ ਜਿਹੜੇ ਦਿੱਲੀ ਕਮੇਟੀ ਨਾਲ ਪ੍ਰਬੰਧ ਨਾਲ ਸੰਬੰਧਿਤ ਨਹੀਂ, ਸਿੱਖਾਂ ਨਾਲ ਸੰਬੰਧਿਤ ਨਹੀਂ, ਉਹ ਗੈਰ ਲੋਕ ਉੱਥੇ ਸਾਡੀ ਜਿਹੜੀ ਜ਼ਮੀਨਾਂ ਉਹ ਵਾਰੇ ਨੇ। ਤੇ ਜਿਹੜਾ ਮਨਿੰਦਰ ਸਿਰਸਾ, ਉਹਨਾਂ ਦੀ ਪੂਰੀ ਰਹਿਨੁਮਾਈ ਹੈ, ਤੇ ਘਾਟਾ ਕਿਹਨੂੰ ਪੈ ਰਿਹਾ ਉਸ ਗੱਲ ਦਾ? ਗੁਰੂ ਦੀ ਗੋਲਕ ਨੂੰ। ਸੋ ਮੁੜ ਘੁੜ ਕੇ ਗੱਲ ਆਉਂਦੀ ਹੈ ਕਿ ਇਹ ਜਿਹੜੇ ਜਿੰਨੇ ਵੀ ਪ੍ਰਬੰਧਕ ਹੈਗੇ ਨੇ ਬਾਦਲ ਪਰਿਵਾਰ ਨਾਲ ਸੰਬੰਧਿਤ ਬੰਦੇ ਨੇ, ਇਹਨਾਂ ਨੂੰ ਜਿਹੜੀ ਦਿੱਲੀ ਕਮੇਟੀ ਦੀ ਚੋਣਾਂ 'ਚ ਮੈਂ ਤੇ ਪਹਿਲਾਂ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਬਾਹਰ ਕੀਤਾ ਜਾਵੇ।
ਜੇ ਆਪਾਂ ਇਹਨਾਂ ਨੂੰ ਨਹੀਂ ਕਰਦੇ ਤੇ ਜਿਹੜੀ ਮਾੜੀ ਮੋਟੀ ਸਾਡੇ ਕੋਲੇ ਸੰਗਤ ਆਉਂਦੀ ਹੈ, ਕੋਈ ਦਾਨ ਕਰਦਾ ਵਾ ਗੁਰੂ ਘਰ ਲਈ ਸੇਵਾ, ਲੋਕਾਂ ਦੀ ਮਤਲਬ ਜਿਹੜੀ ਸ਼ਰਧਾ ਬਣੀ ਹੋਈ ਹੈ ਗੁਰੂ ਘਰ ਤੇ, ਇਹ ਲੋਕ ਖਤਮ ਕਰ ਦੇਣਗੇ ਜੇ ਕਿਤੇ ਦੁਬਾਰਾ ਆ ਗਏ। ਸੋ ਸਾਨੂੰ ਚਾਹੀਦਾ ਕਿ ਇਹੋ ਜਿਹੇ ਕਰਪਟ ਬੰਦੇ ਨੇ ਇਹਨਾਂ ਨੂੰ ਬਿਲਕੁਲ ਗੁਰਦੁਆਰਾ ਪ੍ਰਬੰਧ 'ਚੋਂ ਜਲਦ ਤੋਂ ਜਲਦ ਸਾਨੂੰ ਬਾਹਰ ਕਰਨਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ ਸਾਡੇ ਨਾਲ ਜੁੜਨ ਲਈ, ਤੇ ਡਾਕਟਰ ਖੁਸ਼ਹਾਲ ਤੁਹਾਡਾ ਵੀ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਗਾਤਾਰ ਸਵਾਲ ਉੱਠ ਰਹੇ ਨੇ, ਤੇ ਹੁਣ ਗੁਰਦੁਆਰਾ ਅੰਬ ਸਾਹਿਬ ਦੀ ਜਿਹੜੀ ਜ਼ਮੀਨ ਕਿਸੇ ਬੀਬੀ ਦੇ ਵੱਲੋਂ ਦਾਨ ਦੇ ਵਿੱਚ ਦਿੱਤੀ ਗਈ ਸੀ, ਉਸ ਜ਼ਮੀਨ ਨੂੰ ਵੇਚ ਕੇ ਮਲੇਰਕੋਟਲਾ ਦੇ ਵਿੱਚ ਨਵੀਂ ਜ਼ਮੀਨ ਲਈ ਗਈ ਔਰ ਘਾਟੇ ਦਾ ਜਿਹੜਾ ਸੌਦਾ ਹੈ ਕੀਤਾ ਗਿਆ। ਲਗਾਤਾਰ ਭ੍ਰਿਸ਼ਟਾਚਾਰ ਦੇ ਮਾਮਲੇ ਸ਼੍ਰੋਮਣੀ ਕਮੇਟੀ ਦੇ ਨਾਲ ਜੁੜਦੇ ਜਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਮੈਂਬਰ ਜ਼ਬਾਨਾਂ ਤੱਕ, ਆਗੂਆਂ ਤੱਕ ਵੱਡੇ ਜਿਹੜੇ ਸਵਾਲ ਨੇ, ਵੱਡੇ ਘਪਲੇ ਨੇ, ਉਹਨਾਂ ਦੇ ਨਾਲ ਜੁੜ ਰਹੇ ਨੇ ਔਰ ਲਗਾਤਾਰ ਮੋਰਚਾ ਜਿਹੜਾ ਖੋਲ੍ਹਿਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ। ਪਹਿਲਾਂ ਪਾਵਨ ਸਰੂਪਾਂ ਦੇ ਗਬਨ ਮਾਮਲੇ ਨੂੰ ਲੈ ਕੇ ਬਹੁਤ ਲੰਬਾ ਸਮਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰੇ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਅਤੇ ਹੁਣ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਇੱਕ ਜਿਹੜਾ ਨਵਾਂ ਰੋਸ ਪ੍ਰਦਰਸ਼ਨ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਉਸਦੀ। ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਔਰ ਲਗਾਤਾਰ ਇਹੀ ਚਿੰਤਾਵਾਂ ਬਰਕਰਾਰ ਨੇ ਕਿ ਆਖਿਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਨੂੰ ਕਿਵੇਂ ਸੁਧਾਰਿਆ ਜਾਵੇ ਤੇ ਕਿਵੇਂ ਸਹੀ ਲੀਹਾਂ ਤੇ ਲਿਆਂਦਾ ਜਾਵੇ। ਫਿਰ ਹਾਜ਼ਰ ਹੋਵਾਂਗੇ, ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।